Good morning, students. Today we are going to discuss about economic activities. So first of all, we will revise what is economic activity. The activities by which we earn money is known as economic activity. Means कोई भी activity इदां दी जिन्हां नूं करन दे नाल तुहानूं in return ਦੇ ਵਿੱਚ ਕਿਸੇ ਨਾ ਕਿਸੇ ਫਾਰਮ ਮਤਲਬ ਕਿ ਪੈਸਾ ਚਾਹੇ ਉਹ ਸੈਲਰੀ ਹੋਵੇ ਚਾਹੇ ਉਹ ਵੇਜਸ ਹੋਵੇ ਤੁਸੀਂ ਪੈਸਾ ਕਮਾ ਰਹੇ ਹੋ ਇਨਕਮ ਕਮਾ ਰਹੇ ਹੋ ਪ੍ਰੋਫਿਟ ਕਮਾ ਰਹੇ ਹੋ ਸੋ ਦੈਟ ਵਿਲ ਬੀ ਦਾ ਪਾਰਟ ਆਫ ਇਕੋਨਮਿਕ ਐਕਟੀਵਿਟੀ. It is divided into three categories: business, profession, and employment. Now, everyone is aware about these three terms, but today we will discuss them in detail. So, first is business. Now, what is business? The term business is derived from the word busy. Therefore, business means being busy. ਬਿਜ਼ਨਸ ਜਿਹੜਾ ਵਰਡ ਆ ਉਹ ਬਿਜ਼ੀ ਟਰਮ ਤੋਂ ਡਿਰਾਈਵ ਹੋਇਆ ਆ, ਇਸ ਕਰਕੇ ਬਿਜ਼ਨਸ ਦਾ ਮਤਲਬ ਕਿ ਜਿਹੜਾ ਬਿਜ਼ੀ ਰਹਿੰਦਾ ਹੋਏ. It refers to those activities which are connected with the production, purchase and sale or distribution of goods and services with the main objective of earning profit. ਜੇ ਉਹ ਐਕਟੀਵਿਟੀਜ਼ ਜਿਹੜੀਆਂ ਕਿ ਪ੍ਰੋਡਕਸ਼ਨ ਦੇ ਨਾਲ ਰਿਲੇਟਡ ਨੇ, ਪਰਚੇਜ਼ ਦੇ ਨਾਲ ਰਿਲੇਟਡ ਨੇ, ਸੇਲ ਐਂਡ ਡਿਸਟਰੀਬਿਊਸ਼ਨ ਆਫ ਗੁੱਡਸ, ਆਪਾਂ ਗੁੱਡਸ ਦਾ ਡਿਸਟਰੀਬਿਊਸ਼ਨ ਕਰ ਰਹੇ ਹਾਂ, ਸੇਲ ਕਰ ਰਹੇ ਹਾਂ, ਮੇਨ ਮੋਟਿਵ ਕੀ ਹੈ ਸਾਡਾ ਪ੍ਰੋਫਿਟ ਕਮਾਉਣਾ, ਸੋ ਉਹਨਾਂ ਨੂੰ ਆਪਾਂ ਬਿਜ਼ਨਸ ਬੋਲਦੇ ਹਾਂ. ਫੋਰ ਐਗਜ਼ਾਮਪਲ ਜਿੱਦਾਂ ਫਿਸ਼ਿੰਗ, ਫਾਰਮਿੰਗ, ਮੈਨੂਫੈਕਚਰਿੰਗ ਹੋ ਗਿਆ. ਵੈਸੇ ਵੀ ਤੁਸੀਂ ਆਪਣੇ ਡੇ ਟੂ ਡੇ ਲਾਈਫ ਆਪਣੀ ਸੁਸਾਇਟੀ ਦੇ ਵਿੱਚ, ਲੋਕੈਲਿਟੀ ਵਿੱਚ ਦੇਖਦੇ ਹੀ ਹੋ, ਜਿੰਨੇ ਵੀ ਆ ਰਿਟੇਲਰਸ ਨੇ ਸਾਰੇ ਕੀ ਕਰ ਰਹੇ ਆ, ਬਿਜ਼ਨਸ ਹੀ ਤਾਂ ਕਰ ਰਹੇ ਆ. ਅਤੇ ਇਹਨਾਂ ਦਾ ਮੇਨ ਮੋਟਿਵ ਕੀ ਆ, ਪ੍ਰੋਫਿਟ ਅਰਨ ਕਰਨਾ. ਠੀਕ ਆ, ਅਤੇ ਇਹ ਕੀ ਕਰਦੇ ਆ, ਗੁੱਡਸ ਸੇਲ ਕਰਦੇ ਆ, ਐਕਸਚੇਂਜ ਕਰਦੇ ਆ. ਐਕਸਚੇਂਜ ਦਾ ਮਤਲਬ ਗੁੱਡਸ ਦਿੱਤਾ ਐਂਡ ਇਨ ਰਿਟਰਨ ਦੇ ਵਿੱਚ ਤੁਹਾਡੇ ਕੋਲੋਂ ਬਿੱਲ ਦੀ ਜਿਹੜੀ ਅਮਾਊਂਟ ਆ ਉਹ ਪੇਮੈਂਟ ਰਿਸੀਵ ਕੀਤੀ. ਨੈਕਸਟ ਇਜ਼ ਦੀ ਪ੍ਰੋਫੈਸ਼ਨ. ਨਾਓ ਵਾਟ ਇਜ਼ ਪ੍ਰੋਫੈਸ਼ਨ? ਜਿਹੜਾ ਵੀ ਕੋਈ ਇੱਕ ਪਰਸਨ ਇੱਕ ਪਰਟੀਕੂਲਰ ਫੀਲਡ ਦੇ ਵਿੱਚ ਐਕਸਪਰਟ ਹੁੰਦਾ ਆ, ਉਹ ਫੀਲਡ ਉਹਦੀ ਕੀ ਬਣ ਜਾਂਦੀ ਆ, ਪ੍ਰੋਫੈਸ਼ਨ ਬਣ ਜਾਂਦਾ ਆ. It refers to the activity which requires special knowledge and skill of an individual in his work to earn a living. Now ਦੇਖੋ ਬਿਜ਼ਨਸ ਤੇ ਕੋਈ ਵੀ ਕਰ ਸਕਦਾ ਆ, ਠੀਕ ਆ, ਉਹਦੇ ਵਿੱਚ ਕੋਈ ਸਪੈਸ਼ਲਾਈਜ਼ ਨੌਲੇਜ ਨਹੀਂ ਚਾਹੀਦੀ ਹੁੰਦੀ, ਬਟ ਪ੍ਰੋਫੈਸ਼ਨ ਵਿੱਚ ਹਰ ਇੱਕ ਕੋਈ ਐਂਟਰ ਨਹੀਂ ਕਰ ਸਕਦਾ. ਜਿਹੜੇ ਵੀ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਵਿਲਿੰਗ ਹੋ, ਉਸ ਪ੍ਰੋਫੈਸ਼ਨ ਦੇ ਅਕੋਰਡਿੰਗ ਜੇ ਤੁਹਾਡੇ ਕੋਲ ਨੌਲੇਜ ਹੈਗੀ ਆ ਦੈਨ ਹੀ ਤੁਸੀਂ ਉਸ ਫੀਲਡ ਦੇ ਵਿੱਚ ਐਂਟਰ ਕਰ ਸਕਦੇ ਹੋ. The people who are engaged in profession are known as professional. ਅਤੇ ਜਿਹੜੇ ਪਰਸਨ ਪ੍ਰੋਫੈਸ਼ਨ ਦੇ ਵਿੱਚ ਇੰਗੇਜਡ ਆ ਉਹਨਾਂ ਨੂੰ ਆਪਾਂ ਪ੍ਰੋਫੈਸ਼ਨਲਸ ਬੋਲ ਦਿੰਦੇ ਹਾਂ. ਐਗਜ਼ਾਮਪਲਸ ਕੀ ਨੇ, ਜਿੱਦਾਂ ਕਿ ਲਾਇਰਸ ਜਿਹੜੇ ਨੇ ਉਹ ਇੰਗੇਜ ਨੇ ਆਪਣੇ ਲੀਗਲ ਸਰਵਿਸਿਜ਼ ਦੇ ਵਿੱਚ, ਅਤੇ ਉਹਨਾਂ ਦਾ ਲੀਗਲ ਪ੍ਰੋਫੈਸ਼ਨ ਹੋ ਗਿਆ. ਡਾਕਟਰਸ ਆਰ ਪ੍ਰੋਫੈਸ਼ਨਲਸ ਇੰਗੇਜ ਇਨ ਮੈਡੀਕਲ ਪ੍ਰੋਫੈਸ਼ਨ. ਡਾਕਟਰ ਕਿਹਦੇ ਵਿੱਚ ਨੇ, ਐਕਸਪਰਟ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ. ਅਤੇ ਜੇ ਆਪਾਂ ਕਹੀਏ ਕਿ ਲਾਇਰ ਡਾਕਟਰ ਦਾ ਕੰਮ ਕਰਦੇ ਜਾਂ ਡਾਕਟਰ ਲਾਇਰ ਦਾ ਕੰਮ ਕਰਦੇ, ਸੋ ਇਟ ਇਜ਼ ਨਾਟ ਪੋਸੀਬਲ. ਦੇਅਰਫੋਰ ਸਪੈਸ਼ਲਾਈਜ਼ਡ ਨੌਲੇਜ ਇਜ਼ required, it is must. Next is the employment. Now what is employment? ਬਿਜ਼ਨਸ ਕਰ ਰਹੇ ਹੋ, that is the business. ਠੀਕ ਆ, ਕਿਸੇ ਪਰਟੀਕੂਲਰ ਫੀਲਡ ਦੇ ਵਿੱਚ ਸਪੈਸ਼ਲਾਈਜ਼ ਨੌਲੇਜ ਹੈ, ਐਕਸਪਰਟ ਹੋ, that is the profession. ਐਂਡ ਅਗਰ ਤੁਸੀਂ ਜੋਬ ਕਰ ਰਹੇ ਹੋ, ਚਾਹੇ ਗਵਰਨਮੈਂਟ ਜੋਬ ਹੋਏ ਚਾਹੇ ਪ੍ਰਾਈਵੇਟ ਜੋਬ ਹੋਏ, that is the employment. ਮੀਨਸ ਜਦੋਂ ਕੋਈ ਇੱਕ ਪਰਸਨ ਕਿਸੇ ਦੂਸਰੇ ਪਰਸਨ ਦੇ ਅੰਡਰ ਵਰਕ ਕਰਦਾ ਆ, ਉਹਨੂੰ ਆਪਾਂ employment ਬੋਲਦੇ ਹਾਂ. It refers to an activity in which an individual works regularly for another person and gets remuneration in return. Regularly work ਕਰ ਰਿਹਾ ਕਿਸੇ ਦੂਸਰੇ ਪਰਸਨ ਲਈ ਐਂਡ ਇਨ ਰਿਟਰਨ ਦੇ ਵਿੱਚ ਉਹ ਸੈਲਰੀ ਅਰਨ ਕਰ ਰਿਹਾ ਆ. The person who engage others to work regularly for them are known as employers. ਅਤੇ ਜਿਹੜੇ ਪਰਸਨਸ ਦੂਸਰੇ ਪਰਸਨ ਨੂੰ engage ਰੱਖਦੇ, engage ਦਾ ਮਤਲਬ ਬਿਜ਼ੀ ਰੱਖਦੇ, ਉਹ ਕੌਣ ਹੋਏ, employers. Those who are employed by others are known as employee. ਅਤੇ ਜਿਹੜੇ ਪਰਸਨ ਦੂਸਰੇ ਸੈਕਿੰਡ ਪਰਸਨ ਤੋਂ ਇੰਪਲੋਇਡ ਹੁੰਦੇ ਆ, ਮਤਲਬ ਕਿ ਜਿਹੜੇ ਪਰਸਨ ਉਹਨਾਂ ਨੂੰ ਜੋਬ ਦਿੰਦੇ ਆ, that is the employees. Those who are employed by the others means ਮੰਨ ਲਓ ਹੁਣ A ਅਤੇ B ਦੋ ਪਰਸਨ ਆ, A employer ਆ, B A ਦੇ ਅੰਡਰ ਵਰਕ ਕਰ ਰਿਹਾ, ਸੋ B is employed by A. ਉਹਨੂੰ ਇੰਪਲੋਇਮੈਂਟ ਕਿਹਦੇ ਵਜ੍ਹਾ ਦੇ ਨਾਲ ਮਿਲੀ, A ਦੀ ਵਜ੍ਹਾ ਦੇ ਨਾਲ ਮਿਲੀ, ਸੋ ਇਸ ਕਰਕੇ B ਕੀ ਆ, ਇੰਪਲੋਈ ਹੋਇਆ. The remuneration received by an employee is in the form of salary or wages. ਹੁਣ ਜਿਹੜੀ ਰੈਮੂਨਰੇਸ਼ਨ ਆ, ਐਕਚੁਅਲੀ ਦੇਖੋ ਤੁਸੀਂ ਸੈਲਰੀ ਵਰਡ ਯੂਜ਼ ਕਰਦੇ ਹੋ, ਬਟ ਬਿਜ਼ਨਸ ਟਰਮ ਦੇ ਵਿੱਚ ਇਹਨੂੰ ਰੈਮੂਨਰੇਸ਼ਨ ਬੋਲਿਆ ਜਾਂਦਾ ਆ. ਅਗਰ ਕੋਈ ਪਰਮਾਨੈਂਟ ਇੰਪਲੋਈ ਆ, ਮੰਥਲੀ ਇਨਕਮ ਰਿਸੀਵ ਕਰ ਰਿਹਾ, ਉਹ ਸੈਲਰੀ ਦੇ ਫਾਰਮ 'ਚ ਰਿਸੀਵ ਕਰੇਗਾ. ਅਤੇ ਜਿਹੜੇ ਲੇਬਰਸ ਹੁੰਦੇ ਆ ਜਿਹਨੂੰ ਆਪਾਂ ਦਿਹਾੜੀਦਾਰ ਬੋਲ ਦਿੰਦੇ ਹਾਂ, ਉਹ ਪਰ ਡੇ ਦੇ ਹਿਸਾਬ ਨਾਲ ਅਮਾਊਂਟ ਰਿਸੀਵ ਕਰਦੇ ਆ ਐਂਡ ਉਹਨਾਂ ਨੂੰ ਵੇਜਸ ਬੋਲਿਆ ਜਾਂਦਾ ਆ. ਨਾਓ ਐਗਜ਼ਾਮਪਲਸ ਕੀ ਨੇ ਇੰਪਲੋਇਮੈਂਟ ਦੇ, ਤੁਸੀਂ ਵਰਕਿੰਗ ਇਨ ਆਫਿਸ, ਅਗਰ ਤੁਸੀਂ ਵਰਕ ਕਰ ਰਹੇ ਹੋ ਆਫਿਸ 'ਚ ਤਾਂ ਵੀ ਇੰਪਲੋਇਮੈਂਟ ਆ. You are working in a bank, that is also employment. Shop, clerk, PN, they all are the part of employment.
एंड अगर एम्प्लॉयमेंट एक सिंपल डेफिनेशन होर तुहानूं पता करनी है दैन इट इज़ वेरी सिंपल द रिलेशन बिटवीन द एम्प्लॉयर एंड एम्प्लॉई is known as employment. So today we have discussed the economic activities and its type. In the next lecture we will revise further on. Thanks and have a nice day.